पिछले दिनी गुरुद्वारा खड़े दा खालसा विखे कविराज भाई धन्ना सिंह जी दी याद विच पिंड धन्ना सिंह वाला नौशहरा पनुआ विखे सालाना गुरमत समागम मुख सेवादार बाबा सतनाम सिंह जी अते बाबा दिलबाग सिंह जी दी देखरेख हेठ करवाया गया। इस मौके अलग अलग कीर्तनी जत्थियां ढाडी जत्थियां अते कविश्री जत्थियां वालों आईयां संगतां नूं गुरु इतिहास नाल जोड़िया। इस मौके संगतां दूरों दूरों पहुंच के गुरुद्वारा साहिब विखे नतमस्तक होईयां अते बाबा जी दा आशीर्वाद प्राप्त कीता। आईयां संगतां विच खीर पूड़ियां दे लंगरां दा अटुट वरतावा कीता गया। बिन सतगुर मुक्त ना पावे, जे को गुर ते मुख होवे, बिन सतगुर मुक्त ना पावे, जे को गुर ते मुख होवे, बिन सतगुर मुक्त
ਸਿੰਘ ਜੀ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾ ਗਏ ਔਰ ਜਿੱਥੇ ਵੱਡੇ ਵੱਡੇ ਚੰਦਨ ਵਰਗੇ ਕਵੀਆਂ ਦਾ ਹੰਕਾਰ ਤੋੜਿਆ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਧੇਰੇ ਮੁਕਤ ਕੀਤਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਜਿਹੜਾ ਕਲਗੀਆਂ ਵਾਲੇ ਨੂੰ ਪਾ ਗਿਆ ਖਾਲਸਾ ਜੀ, ਇਹਦੇ ਤੇ ਗੁਰੂ ਅਮਰਦਾਸ ਮਹਾਰਾਜ ਤੀਸਰੇ ਜਾਮੇ 'ਚ ਪਹਿਲਾਂ ਹੀ ਮੋਹਰ ਲਾ ਗਏ ਕਿ ਉਹ ਸਾਰੇ ਸੰਸਾਰ ਨੂੰ ਹੀ ਪਾ ਜਾਂਦਾ। ਬਾਬਾ ਜੀ ਬੈਠੇ ਸੀ, ਬਾਬਾ ਨੰਦ ਸਿੰਘ ਜੀ ਤੇ ਮੈਂ ਬਚਨ ਕਰ ਰਿਹਾ ਸਾਂ। ਸੰਗਤ ਆਉਂਦੀ ਹੈ, ਨਮਸਕਾਰ ਕਰਦੀ ਹੈ, ਸਤਿਕਾਰ ਸਹਿਤ ਅਸੀਂ ਮਹਾਂਪੁਰਸ਼ਾਂ ਦੇ ਗੋਡੀ ਹੱਥ ਵੀ ਲਾਉਂਦੇ ਹਾਂ, ਜਿੰਨੇ ਵੀ ਸੰਸਾਰ ਤੇ ਮਹਾਂਪੁਰਸ਼ ਨੇ ਪਰਉਪਕਾਰੀ। ਤੇ ਮੈਂ ਕਹਿ ਰਿਹਾ ਸੀ ਕਿ ਬਾਬਾ ਜੀ ਵੇਖੋ, ਪਿਛਲੇ ਸਮੇਂ 'ਚ ਐਸਾ ਬੜਾ ਪ੍ਰਚਾਰ ਹੋਇਆ, ਪਰ ਜਿਹਦੇ ਵਿੱਚ ਕੋਈ ਭਗਤੀ ਦੀ ਕਾਣ ਹੈ ਨਾ, ਜਿਹਦੇ ਤੇ ਰੱਬ ਦੀ ਕਿਰਪਾ ਹੈ, ਇਹਦੇ 'ਚ ਕੋਈ ਦੁਹਰਾਵਾ ਨਹੀਂ ਵੀ ਕੋਈ ਦੁਨੀਆ ਨੂੰ ਸੰਗਤ ਨੂੰ ਰੋਕ ਨਹੀਂ ਸਕਦਾ। ਉਹਨਾਂ ਨੇ ਵੱਡੇ ਵੱਡੇ ਐਸੇ ਪਰਉਪਕਾਰੀ ਮਹਾਂਪੁਰਸ਼ਾਂ ਨੂੰ ਵੀ ਨਮਸਕਾਰ ਕਰਨੀ ਇਹਦੇ 'ਚ ਕੋਈ ਦੁਹਰਾਵਾ ਨਹੀਂ। ਜਿੱਥੇ ਅਸੀਂ ਗੁਰੂ ਦਾ ਸਤਿਕਾਰ ਕਰਦੇ ਹਾਂ, ਉੱਥੇ ਬੰਦਗੀ ਵਾਲੀਆਂ ਰੂਹਾਂ ਦਾ ਵੀ ਸਤਿਕਾਰ ਕੀਤਾ ਜਾਂਦਾ ਹੈ। ਖੈਰ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਪਵਿੱਤਰ ਸ਼ਬਦ ਵਿੱਚ ਬੜੇ ਪਿਆਰੇ ਬਚਨ ਕਹੇ। ਮਹਾਰਾਜ ਸਾਹਿਬ ਜੀ ਪਹਿਲੀ ਪੰਕਤੀ ਵਿੱਚ ਕਹਿੰਦੇ ਨੇ ਕਿ ਜੇ ਕੋਈ ਨਿੰਦਕ ਹੋਵੇ ਨਾ ਮਨੁੱਖ ਸੰਸਾਰ ਦੇ ਉੱਤੇ, ਜਿਹਦੀ ਜ਼ਿੰਦਗੀ 'ਚ ਅਵਗਣ ਹੀ ਅਵਗਣ ਹੋਣ, ਗੁਣ ਕੋਈ ਨਾ ਹੋਵੇ, ਤੇ ਇਹੋ ਜਿਹਾ ਭੁੱਲਿਆ ਭਟਕਿਆ ਪਾਂਧੀ ਵੀ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਦੀ ਸੰਗਤ ਵਿੱਚ ਆ ਜਾਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਸੰਗਤ ਦੇ ਵਿੱਚ ਆਉਣ ਦਾ ਏਡਾ ਵੱਡਾ ਫਲ ਹੈ ਵੀ ਇਸ ਸੰਗਤ ਦੇ ਵਿੱਚ ਆ ਕੇ ਨਿੰਦਕ ਮਨੁੱਖ ਜਿਹੜਾ ਉਹ ਵੀ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਨਾਲ ਜੁੜ ਜਾਂਦਾ। ਜੇ ਕੋਈ ਨਿੰਦਕ ਹੋਵੇ ਸਤਿਗੁਰੂ ਦਾ, ਲੋਕਾਂ ਦੀ ਨਿੰਦਿਆ ਛੱਡੋ, ਮਹਾਰਾਜ ਕਹਿੰਦੇ ਜੇ ਕੋਈ ਗੁਰੂ ਨੂੰ ਵੀ ਨਿੰਦਦਾ ਹੈ ਨਾ, ਤੇ ਉਹ ਬੰਦਾ ਵੀ ਕਿਤੇ ਭੁੱਲਿਆ ਭਟਕਿਆ ਗੁਰੂ ਦੀ ਸੰਗਤ ਵਿੱਚ ਆ ਗਿਆ। ਤੇ ਗੁਰੂ ਦੀ ਸੰਗਤ ਵਿੱਚ ਆਉਣ ਦਾ ਏਡਾ ਵੱਡਾ ਪ੍ਰਭਾਵ ਹੈ, ਏਡਾ ਵੱਡਾ ਪ੍ਰਭਾਵ ਹੈ ਕਿ ਇੱਥੇ ਆ ਕੇ ਸਤ ਸੰਗੀਆਂ ਦਾ ਅਸਰ ਉਹਦੇ ਤੇ ਹੋ ਜਾਂਦਾ ਹੈ, ਪਰ ਉਹਦਾ ਅਸਰ ਸਤ ਸੰਗਤ ਵਿੱਚ ਆ ਕੇ ਕਿਸੇ ਮਨੁੱਖ ਤੇ ਨਹੀਂ ਹੋ ਸਕਦਾ, ਕਿਉਂਕਿ ਉਹਦੇ 'ਚ ਅਵਗਣ ਨੇ ਤੇ ਗੁਰੂ ਨੇ ਸਾਡੀ ਗੁਣਾਂ ਨਾਲ ਸਾਂਝ ਪਾਉਣੀ। ਬਾਣੀ ਦਾ ਬੜਾ ਪਿਆਰਾ ਬਚਨ ਹੈ। ਮਹਾਰਾਜ ਸਾਹਿਬ ਕਹਿੰਦੇ ਵੀ ਜੇ ਕੋਈ ਨਿੰਦਕ ਹੋਵੇ ਸਤਿਗੁਰੂ ਦਾ, ਫਿਰ ਸ਼ਰਨ ਗੁਰ ਆਵੇ। ਤੇ ਜਦੋਂ ਸ਼ਰਨ 'ਚ ਆ ਗਿਆ ਨਾ, ਤੇ ਮਹਾਰਾਜ ਕਹਿੰਦੇ ਇਹ ਤਾਕਤ, ਇਹ ਸਮਰੱਥਾ ਕੇਵਲ ਗੁਰੂ ਦੇ ਅੰਦਰ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜੇ ਕੋ ਨਿੰਦਕ ਹੋਵੇ ਸਤਿਗੁਰੂ ਦਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ। ਵੀ ਇਹ ਸਮਰੱਥਾ, ਇਹ ਤਾਕਤ ਕੇਵਲ ਗੁਰੂ ਦੇ ਅੰਦਰ ਹੈ ਕਿ ਉਹ ਪਿਛਲੇ ਸਾਰੇ ਗੁਨਾਹ ਉਹਦੇ ਮੁਆਫ ਕਰ ਦਿੰਦਾ ਹੈ। ਪਰ ਸ਼ਰਤ ਇਹ ਹੈ ਕਿ ਉਹਨੂੰ ਝੁਕਣਾ ਆਉਂਦਾ ਹੋਵੇ, ਉਹਨੂੰ ਆਪਣੇ ਅਵਗਣ ਗੁਰੂ ਦੇ ਅੱਗੇ ਰੱਖ ਕੇ ਤੇ ਇਹ ਮਸਤਕ ਗੁਰੂ ਅੱਗੇ ਭੇਟ ਕੇ ਕਹਿਣਾ ਆਉਂਦਾ ਹੋਵੇ ਵੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹ। ਫਿਰ ਗੁਰੂ 'ਚ ਇੰਨੀ ਤਾਕਤ ਹੈ ਕਿ ਸਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਕਹਿੰਦੇ ਗੁਨਾਹ ਤੇ ਬਖਸ਼ੀ ਦਿੱਤੇ ਗੁਰੂ ਨੇ, ਗੁਰੂ ਦੀ ਕਰਨੀ ਹੈ, ਪਰ ਜਿਹੜੀ ਸਤ ਸੰਗਤ ਹੈ ਨਾ, ਇਹਦੇ ਨਾਲ ਰਲਾ ਕੇ ਗੁਰੂ ਉਹਨੂੰ ਵੀ ਉੱਤਮ ਬਣਾ ਦਿੰਦਾ ਹੈ, ਮਹਾਨ ਬਣਾ ਦਿੰਦਾ ਹੈ। ਕਿਵੇਂ? ਫਿਰ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਬੜਾ ਪਿਆਰਾ। ਸਾਹਿਬ ਕਹਿੰਦੇ ਮੀਂਹ ਪੈਂਦਾ, ਕਈ ਵਾਰ ਵੱਡੇ ਵੱਡੇ ਹੜ੍ਹ ਆਉਂਦੇ ਨੇ, ਤੇ ਜਦੋਂ ਇਹ ਸਾਰਾ ਪਾਣੀ ਟੋਭਿਆਂ 'ਚ ਜਮ੍ਹਾਂ ਹੁੰਦਾ ਹੈ, ਵੱਡੇ ਵੱਡੇ ਦਰਿਆ ਜਿਹੜੇ ਨੇ ਉਹ ਜਦੋਂ ਜਾ ਕੇ ਇਹ ਪਾਣੀ ਜੇ ਕਿਤੇ ਸੰਸਾਰ ਦੇ ਉੱਤੇ ਸਮੁੰਦਰ 'ਚ ਜਾ ਕੇ ਸਮਾ ਜਾਵੇ ਨਾ, ਤੇ ਸਾਹਿਬ ਕਹਿੰਦੇ ਵੀ ਜਿਵੇਂ ਸਮੁੰਦਰ ਇਹਨਾਂ ਟੋਭਿਆਂ ਦੇ ਜਲ ਨੂੰ, ਮੀਂਹ ਦੇ ਜਲ ਨੂੰ ਆਪਣੇ ਨਾਲ ਰਲਾ ਕੇ ਸਵੱਛ ਕਰ ਲੈਂਦਾ ਹੈ। ਇਹ ਵਡਿਆਈ ਕੇਵਲ ਗੁਰੂ ਦੇ ਅੰਦਰ ਹੈ ਵੀ ਗੁਰੂ ਵੀ ਸਾਡੇ ਅਵਗਣ ਨਹੀਂ ਚਿਤਾਰਦਾ, ਗੁਰੂ ਕਿਰਪਾ ਕਰਦਾ ਹੈ, ਫਿਰ ਸਾਡੀ ਸਾਂਝ ਗੁਣਾਂ ਨਾਲ ਬਣ ਜਾਂਦੀ। ਸਾਹਿਬ ਜੀ ਕਹਿੰਦੇ ਨੇ ਜੋ ਮੀਂਹ ਉਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਵੀ ਜਿਵੇਂ ਇਹ ਜਲ ਪਵਿੱਤਰ ਬਣ ਜਾਂਦਾ ਹੈ ਨਾ, ਵੱਡੀਆਂ ਵੱਡੀਆਂ ਨਦੀਆਂ ਦੇ ਵਿੱਚ ਪੈ ਕੇ, ਗੰਗਾ ਆਦਿਕ, ਸਰਸਵਤੀ ਆਦਿਕ ਹੋਰ ਜਿਹੜੀਆਂ ਨਦੀਆਂ ਨੇ, ਜਦੋਂ ਇਹਨਾਂ 'ਚ ਪੈ ਕੇ ਇਹ ਜਲ ਪਵਿੱਤਰ ਹੋ ਜਾਂਦਾ ਹੈ, ਤੇ ਫਿਰ ਉਹਦੀ ਕੋਈ ਆਪਣੀ ਹੋਂਦ ਨਹੀਂ ਰਹਿੰਦੀ। ਹੋਂਦ ਕੇਵਲ ਗੰਗਾ ਦੀ ਰਹਿ ਜਾਣੀ ਹੈ, ਸਰਸਵਤੀ ਦੀ ਰਹਿ ਜਾਣੀ ਹੈ। ਤੇ ਲੋਕ ਉੱਥੇ ਜਾ ਕੇ ਤੀਰਥ ਇਸ਼ਨਾਨ ਕਰਦੇ ਨੇ, ਕਈ ਮੈਲ ਲਾਉਣ ਜਾਂਦੇ ਨੇ। ਇਸ ਕਰਕੇ ਸਾਧ ਸੰਗਤ ਜਿਹੜਾ ਗੁਰੂ ਹੈ ਨਾ, ਸਹਿਬ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ। ਇਹ ਵਡਿਆਈ
ਵੀ ਇਹੋ ਜਿਹੀ ਵਡਿਆਈ ਗੁਰੂ ਦੇ ਅੰਦਰ ਹੈ। ਦੁਨੀਆ ਤੇ ਹੋਰ ਕਿਸੇ 'ਤੇ ਵਡਿਆਈ ਨਹੀਂ, ਇਹ ਕੇਵਲ ਦੁਨੀਆ ਤੇ ਗੁਰੂ ਦੇ ਅੰਦਰ ਹੀ ਵਡਿਆਈ ਹੈ। ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਾਂ ਵਾਕਾਂ ਅਨੁਸਾਰ ਜਿਹੜੇ ਆਪਣੇ ਵੱਡ ਵਡੇਰਿਆਂ ਦਾ ਵਿਰਸਾ ਇਤਿਹਾਸ ਕੁਰਬਾਨੀਆਂ ਯਾਦ ਰੱਖਦੇ ਨੇ, ਉਹ ਸੰਸਾਰ ਵਿੱਚ ਪੂਜੇ ਜਾਂਦੇ। ਸਤਿਕਾਰਯੋਗ ਮਹਾਂਪੁਰਖ ਬਾਬਾ ਸਤਨਾਮ ਸਿੰਘ ਸਾਹਿਬ ਜੀ, ਸਤਿਕਾਰਯੋਗ ਬਾਬਾ ਦਿਲਬਾਗ ਸਿੰਘ ਸਾਹਿਬ ਜੀ, ਜਿਨ੍ਹਾਂ ਦੀਆਂ ਸੇਵਾਵਾਂ ਇੱਕ ਅਲੱਗ ਤਰੀਕੇ ਦੀਆਂ ਨੇ। ਅੱਗੇ ਜਾ ਕੇ ਮੈਂ ਜ਼ਿਕਰ ਕਰਾਂਗਾ। ਪੰਨੂ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਚੜ੍ਹਦੀ ਕਲਾ ਦੇ ਮੈਂਬਰ ਸਾਹਿਬਾਨ, ਬੜੇ ਚੜ੍ਹਦੀ ਕਲਾ ਦੇ ਕਾਰਜ ਜਿਹੜੇ ਕਰ ਰਹੇ ਨੇ। ਸੁਖਵਰ ਸਿੰਘ ਜੀ ਪੰਨੂ ਸਾਹਿਬ, ਸਾਨੂੰ ਮਿਲਣ ਜਾਣ ਦਾ ਮੌਕਾ ਮਿਲਿਆ, ਮਨ ਨੂੰ ਬੜੀ ਖੁਸ਼ੀ ਹੋਈ, ਇਸ ਕਰਕੇ ਕਿ ਉੱਥੇ ਗੁਰਬਾਣੀ ਚੱਲ ਰਹੀ ਸੀ। ਐਸੇ ਮੈਂਬਰ ਸਾਹਿਬ ਨੇ, ਉਹ ਤੁਹਾਡੇ ਨਾਲ ਬੜੇ ਵਿਸਤਾਰ ਨਾਲ ਸਾਂਝੇ ਹੋਏ ਹੈ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਆਪਣੇ ਖਾਲਸੇ ਨੂੰ ਕਿਸੇ ਪੱਖ ਤੋਂ ਵੀ ਅਧੂਰਾ ਰਹਿਣ ਨਹੀਂ ਦਿੱਤਾ। ਦੁਨੀਆ ਤੇ ਬੜੇ ਮਹਾਂਪੁਰਖ ਆਏ, ਬੜੇ ਰਹਿਬਰ ਆਏ, ਬੜੇ ਪੈਗੰਬਰ ਆਏ। ਜੇ ਕਿਸੇ ਨੇ ਤਲਵਾਰ ਚਲਾਉਣ ਦੀ ਇਜਾਜ਼ਤ ਦਿੱਤੀ ਹੈ, ਮਾਲਾ ਫੇਰਨ ਦੀ ਆਗਿਆ ਨਹੀਂ ਦਿੱਤੀ ਹੈ, ਤਲਵਾਰ ਹੀ ਚਲਾ ਸਕਦਾ ਹੈ। ਜੇ ਕਿਸੇ ਨੇ ਮਾਲਾ ਫੇਰਨ ਦੀ, ਨਾਮ ਜਪਣ ਦੀ ਆਗਿਆ ਦਿੱਤੀ ਹੈ, ਉਹਨੂੰ ਤਲਵਾਰ ਚਲਾਉਣ ਦੀ ਆਗਿਆ ਨਹੀਂ ਦਿੱਤੀ। ਮਹਾਰਾਜ ਨੇ ਪੱਖ ਹੀ ਕੋਈ ਨਹੀਂ ਛੱਡਿਆ। ਜਿਸ ਪੱਖ ਤੋਂ ਆਪਣੇ ਸਿੱਖ ਨੂੰ, ਆਪਣੇ ਖਾਲਸੇ ਨੂੰ ਪੂਰਿਆ ਨਾ ਕੀਤਾ। ਸਤਿਗੁਰੂ ਮਹਾਰਾਜ ਨੇ ਤਲਵਾਰ ਬਖਸ਼ੀ ਆ, ਮਾਲਾ ਬਖਸ਼ੀ ਆ। ਨਿਤਨੇਮ ਕਰਨਾ, ਸਿਮਰਨ ਕਰਨਾ ਹੈ, ਪਰ ਭਗਤੀ ਕਰਨ ਵਾਸਤੇ ਸ਼ਕਤੀ ਦੀ ਜ਼ਰੂਰਤ ਹੈ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਜੇ ਹਿੰਦੁਸਤਾਨ ਦੇ ਕਸ਼ਮੀਰ ਦੇ ਵਿਦਵਾਨ ਲੋਕ, ਜਿਨ੍ਹਾਂ ਦੇ ਜੰਨੂ ਦੇ ਟਿੱਕੇ ਧਰਮ ਕਲੇ ਧੱਕੇ ਦੇ ਨਾਲ ਲਾਏ ਜਾ ਰਹੇ ਸੀ, ਹਿੰਦੁਸਤਾਨ ਦਾ ਬਾਦਸ਼ਾਹ ਸਵਾ ਮਣ ਦਾ ਮੁਹਾਵਰਾ ਬਣ ਗਿਆ ਸੀ ਕਿ ਸਵਾ ਮਣ ਜਨੇਊ ਲਾ ਕੇ ਰੋਟੀ ਖਾਂਦਾ ਹੈ। ਬਦੋ ਬਦੀ ਮੁਸਲਮਾਨ ਬਣਾਈ ਜਾ ਰਿਹਾ ਸੀ, ਜਿਹੜਾ ਨਹੀਂ ਸੀ ਮੰਨਦਾ ਕਤਲ ਕੀਤਾ ਜਾ ਰਿਹਾ ਸੀ। ਮੰਦਿਰ ਢਾਹ ਕੇ ਜ਼ਮੀਨ ਦੇ ਨਾਲ ਮਿਲਾਏ ਜਾ ਰਹੇ ਸਨ। ਨਵਾਂ ਕੋਈ ਉਸਾਰ ਨਹੀਂ ਸਕਦਾ, ਪੁਰਾਣੇ ਦੀ ਮੁਰੰਮਤ ਨਹੀਂ ਸੀ ਕਰ ਸਕਦਾ। ਉਹਨਾਂ ਦੀਆਂ ਨੀਹਾਂ ਤੇ ਮਸੀਤਾਂ ਉਸਰੀਆਂ ਸਨ। ਇਹ ਵਿਦਵਾਨ ਲੋਕ ਕਸ਼ਮੀਰ ਦੇ 15-16 ਪੰਡਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਦਰਗਾਹ ਵਿੱਚ ਆਣ ਕੇ ਰੋਏ ਨੇ, ਬੇਨਤੀ ਕੀਤੀ ਹੈ, ਸਾਡਾ ਧਰਮ ਖਤਮ ਹੋ ਰਿਹਾ ਹੈ, ਖੋਇਆ ਜਾ ਰਿਹਾ ਹੈ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਤੁਹਾਡੇ ਧਰਮ ਦੀ ਰੱਖਿਆ ਹੋਵੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ, ਤੁਹਾਡੇ ਤੋਂ ਧਰਮਾਤਮਾ ਕੌਣ ਹੈ? ਜਿੱਥੇ ਗੁਰੂ ਨਾਵੇਂ ਪਾਤਸ਼ਾਹ ਦੀ ਕੁਰਬਾਨੀ ਹੈ ਹਿੰਦੁਸਤਾਨ ਦਾ ਧਰਮ ਬਚਾਉਣ ਵਾਸਤੇ, ਉੱਥੇ ਕਲਗੀਆਂ ਵਾਲੇ ਪਾਤਸ਼ਾਹ ਦੀ ਛੋਟੀ ਉਮਰ ਵਿੱਚ ਲਾਡ ਪਿਆਰ ਦੀ ਵੀ ਕੁਰਬਾਨੀ ਹੈ। ਕਿ ਹੋਰ ਕੌਣ ਮਹਾਬਲੀ, ਕੌਣ ਧਰਮਾਤਮਾ ਪੁਰਸ਼ ਜਿਹੜਾ ਇਹਨਾਂ ਦਾ ਧਰਮ ਬਚਾ ਸਕੇ? ਤੁਸੀਂ ਸੀਸ ਦੇ ਦਿਓ ਇਹਨਾਂ ਦੀ ਧਰਮ ਬਚਾਉਣ ਵਾਸਤੇ। ਸ਼ਹੀਦੀ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਦੀ, ਇਸ ਧਰਮ ਨੂੰ ਬਚਾਉਣ ਵਾਸਤੇ, ਰੱਖਿਆ ਕਰਨ ਵਾਸਤੇ ਜੰਨੂ ਦੇ ਟਿੱਕੇ ਦੀ ਰਾਖੀ ਕੀਤੀ ਹੈ। ਗੁਰਦੇਵ ਦੇ ਸਾਹਮਣੇ 3 ਰਸਤੇ ਨੇ, ਇੱਕ ਇਹੀ ਹੋਈ ਆ। ਇਸ ਤਰ੍ਹਾਂ ਹੀ ਸ਼ਹੀਦੀਆਂ ਦੇਈ ਜਾਂਦੇ ਸ਼ਾਂਤਮਈ, ਪਰ ਇਹ ਰਸਤਾ ਵੇਖ ਲਿਆ, ਇਹ ਨੁਸਖਾ ਅਜਮਾਇਆ ਜਾ ਚੁੱਕਿਆ ਹੈ। ਦੂਜਾ ਰਸਤਾ ਆ, ਭੋਰਾ ਪੁੱਟ ਲੈਂਦੇ, ਨਾਮ ਜਪੀ ਜਾਂਦੇ, ਮਾਲਾ ਫੇਰੀ ਜਾਂਦੇ। ਚੜਾਵਾ ਚੜਾਉਣ ਵਾਲੇ ਬੜੇ ਸਨ, ਮੱਥਾ ਟੇਕਣ ਵਾਲਿਆਂ ਦਾ ਘਾਟਾ ਨਹੀਂ ਸੀ ਕੋਈ, ਪਰ ਮਜ਼ਲੂਮਾਂ ਤੇ ਜ਼ੁਲਮ ਹੁੰਦਾ ਵੇਖ ਕੇ ਜਰੀ ਜਾਂਦੇ। ਗੁਰਦੇਵ ਦੀ ਬਲਵਾਨ ਆਤਮਾ ਨੇ ਇਹ ਰਸਤਾ ਨਹੀਂ ਅਪਣਾਇਆ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਦੇ ਅਨਮੋਲ ਰਤਨ ਕਵਿਰਾਜ ਭਾਈ ਧੰਨਾ ਸਿੰਘ ਜੀ ਦੇ ਸਥਾਨ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜੁੜ ਬੈਠੇ ਹਾਂ। ਉਹ ਭਾਈ ਧੰਨਾ ਜੀ, ਭਾਈ ਧੰਨਾ ਸਿੰਘ ਜੀ, ਜਿਹੜੇ ਆਪਣੇ ਸਮਕਾਲ ਦੇ ਕਵੀਆਂ ਦਾ ਹੰਕਾਰ ਤੋੜਨ ਵਾਲੇ ਇੱਕ ਵਿਦਵਾਨ ਕਵੀ ਸਨ। ਮੇਰੇ ਤੋਂ ਪਹਿਲਾਂ ਗੁਰੂ ਖਾਲਸਾ ਪੰਥ ਦਾ ਕਵਿਸ਼ਰੀ ਜੱਥਾ ਇਤਿਹਾਸ ਰਾਹੀਂ ਆਪ ਜੀ ਨਾਲ ਸਾਂਝ ਪਾ ਕੇ ਗਿਆ, ਔਰ ਆਖਰ ਦੇ ਵਿੱਚ ਉਹਨਾਂ ਨੇ ਜਾਂਦਿਆਂ ਵਿਸ਼ਵਾਸ ਦੀ ਗੱਲ ਕੀਤੀ। ਸਿੱਖ ਦਾ ਭਰੋਸਾ
सिख का विश्वास केवल ते केवल धन गुरु ग्रंथ साहब सच्चे पातशाह जी के उत्ते होना चाहिए, क्योंकि सिख ही वो है जिहड़ा अपने गुरु ते भरोसा रखता है, गुरु ते विश्वास रखता है। जे भरोसा होगा तो फिर असी भाणा भी मनांगे, आखे भी लगांगे, गुरु के कहना भी मनांगे। तो जे भरोसा ही नहीं है तो फिर आखे भी क्यों लग्या जाएगा, कहने भी क्यों लग्या जाएगा। तो जे असी आखे ही नहीं लगांगे, कहने नहीं लगांगे, तो फिर सिख भी किवें हो सकते। क्योंकि धन गुरु अमरदास जी महाराज का बाणी दे विच स्पष्ट वचन है, सिख की परिभाषा दसी है उन्होंने। तो कहते सिख होए जिहड़ा भाणा मनदा, रजा मनदा, हुक्म मनदा, सो सिख सखा बंधप है भाई, जे गुर के भाणे विच आवे, अपना भाणा जो चलदा भाई विछड़ चोटा खावे। बोले सोनिया जीव आया हर था तेरा वासा साइया, कोई जगह नहीं खाली, गगन पताल रम्या विच भीतर, हर पते हर डाली, सूरज चंद तारियां दा मंडल, तू कैसी जोता जगाली, खोल किवाड़ जोड़ ले करनी, तेरे दर दे खड़े सवाली दादिया, तेरे दर दे खड़े सवाली।
ਮੌਤ ਸਿਰ ਤੇ ਤੇਰੇ ਸਵਾਰ ਬੈਠੀ, ਉਹ ਕਦੀ ਭੁੱਲੀ ਨਾ ਜ਼ਿੰਦਗੀ ਦੇ ਆਸ਼ਕ ਹੋਏ ਤੇ ਮੌਤ ਵਰਨ ਲਈ ਤੈਨੂੰ ਤਿਆਰ ਬੈਠੀ। ਉਹ ਮੌਤ ਹੱਸਦੀ ਆ ਵੇਖ ਤੇਰੇ ਦਾਅਵਿਆਂ ਨੂੰ, ਬਣ ਕੇ ਲਾੜੀ ਕਾ ਸੋਲਾ ਸਿੰਗਾਰ ਬੈਠੀ। ਤਰਸੇਮ ਸਿੰਘਾ ਕਿੱਥੇ ਜਾ ਕੇ ਲੁਕ ਜਾਏਗਾ, ਹਰ ਥਾਂ ਤੇ ਹੋ ਹੁਸ਼ਿਆਰ ਬੈਠੀ। ਕਾਨੂੰ ਬਾਤ ਨੂੰ ਮਿੱਤਰਾ ਭੁੱਲ ਬੈਠਾ, ਕਾਨੂੰ ਬਾਤ ਨੂੰ ਮਿੱਤਰਾ ਭੁੱਲ ਬੈਠਾ, ਨੰਗੇ ਪੈ ਕੇ ਅਰਤੀ ਤੇ ਜਾਵਣਾ ਏ, ਕਿਸੇ ਚੰਗਾ ਕਹਿਣਾ ਕਿਸੇ ਮਾੜਾ ਕਹਿਣਾ, ਕਿਸੇ ਨਗਰ ਨਾ ਤੇਰੇ ਆਉਣਾ ਏ, ਤੇਰੀ ਦੇਹ ਨੂੰ ਲੱਗਣਾ ਵਿੱਚ ਚਿਣਕੇ, ਲਾਂਬੂ ਆਪਣਿਆਂ ਨੇ ਤੈਨੂੰ ਲਾਵਣਾ ਏ, ਸ਼ਰਨਜੀਤ ਸਵਾਰ ਜ਼ਿੰਦਗੀ ਨੂੰ, ਇੱਕ ਦਿਨ ਜੱਗ ਨੂੰ ਛੱਡ ਕੇ ਜਾਵਣਾ ਏ, ਇੱਕ ਦਿਨ ਜੱਗ ਨੂੰ ਛੱਡ ਕੇ ਜਾਵਣਾ ਏ। ਅੰਤ ਵਿੱਚ ਬਾਬਾ ਦਿਲਬਾਗ ਸਿੰਘ ਜੀ ਨੇ ਪ੍ਰੋਗਰਾਮ ਉੱਪਰ ਚਾਨਣਾ ਪਾਉਂਦੇ ਹੋਏ ਸਮੁੱਚੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਖੜੇ ਦਾ ਖਾਲਸਾ ਖੂਹ ਕਬੀਰਾਜ ਭਾਈ ਧੰਨਾ ਸਿੰਘ ਜੀ ਪਵਿੱਤਰ ਸਥਾਨਾਂ ਤੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਹੁਣਾਂ ਵੱਲੋਂ ਸਾਰੀ ਸੰਗਤਾਂ ਨੇ ਰਲ ਕੇ ਤੇ ਬਾਬਾ ਧੰਨਾ ਸਿੰਘ ਜੀ ਦੇ ਮਿੱਠੀ ਯਾਦ ਨੂੰ ਬੜੇ ਪਿਆਰ ਸ਼ਰਧਾ ਨਾਲ ਮਨਾਇਆ ਹੈ, ਜਿੱਥੇ ਖੀਰ ਪੂੜਿਆਂ ਦਾ ਲੰਗਰ ਲਾ ਕੇ ਤੇ ਸੰਗਤਾਂ ਨੂੰ ਨਵਾਜਿਆ ਗਿਆ ਹੈ। ਉੱਥੇ ਹੀ ਦੂਰ ਦਰੇਡੇ ਤੋਂ ਸੰਗਤਾਂ ਨੇ ਆ ਕੇ ਬੜੇ ਪਿਆਰ ਨਾਲ ਖੀਰ ਪੂੜਿਆਂ ਦਾ ਪ੍ਰਸ਼ਾਦ ਛਕਿਆ ਹੈ ਤੇ ਨਾਲ ਪ੍ਰਸੰਨ ਹੋ ਕੇ ਸੰਗਤਾਂ ਇੱਥੋਂ ਗੁਰੂ ਘਰ ਤੋਂ ਗਈਆਂ ਹੈ। ਸੋ ਬਾਬਾ ਧੰਨਾ ਸਿੰਘ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿੰਨਾਂ ਦੇ ਘੋੜਿਆਂ ਦੇ ਭਾਈ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ ਬਾਬਾ ਧੰਨਾ ਸਿੰਘ ਜੀ ਨੇ ਘੋੜਿਆਂ ਦੀ, ਤੇ ਇਸ ਨਸ਼ਹਿਰੇ ਨੂੰ ਮਾਣ ਦਿਵਾਇਆ ਹੈ। ਇਸ ਨਸ਼ਹਿਰੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ 7 ਹੁਕਮਨਾਮੇ, ਇੱਕ ਦਸਤਾਰ, ਇੱਕ ਕੰਘਾ ਜਿਹੜਾ ਇਸ ਨਸ਼ਹਿਰੇ ਨੂੰ ਬਖਸ਼ਿਆ ਗਿਆ ਹੈ। ਸੱਚੇ ਪਾਤਸ਼ਾਹ ਨੇ ਵਡਿਆਈ ਦੇ ਕੇ ਇਹ ਬਚਨ ਬੋਲੇ ਕਿ ਨਸ਼ਹਿਰੇ ਕੀ ਸੰਗਤ ਕੋ ਗੁਰੂ ਰੱਖੇਗਾ, ਗੁਰੂ ਗੁਰੂ ਜਪਣਾ। ਬੜੀਆਂ ਬਖਸ਼ਿਸ਼ਾਂ ਦੇ ਕੇ ਬਾਬਾ ਧੰਨਾ ਸਿੰਘ ਜੀ ਨਵਾਜਿਆ ਤੇ ਇਸ ਨਸ਼ਹਿਰੇ ਦਾ ਮਾਣ ਵਧਾਇਆ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਬਾਬਾ ਧੰਨਾ ਸਿੰਘ ਜੀ ਸਾਡੇ ਇਸ ਨਗਰ ਦੇ ਨੇ, ਅਸੀਂ ਉਹਨਾਂ ਦੇ ਪਰਿਵਾਰਾਂ ਵਿੱਚੋਂ ਆ। ਸਾਰੇ ਦੂਰ ਦਰੇਡੇ ਲਾਗੇ ਜਿੰਨੇ ਪਿੰਡ ਆ ਸਾਰੇ ਬੜੇ ਪਿਆਰ ਨਾਲ ਜਿਨ੍ਹਾਂ ਸੇਵਾ ਕੀਤੀ ਹੈ। ਸੰਗਤਾਂ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਬੜੀ ਕਿਰਪਾ ਰਹਿਮਤ ਵਰਤਾ ਕੇ ਇਹ ਸਾਰੇ ਕਾਰਜ ਆਪ ਸਿੱਧ ਕੀਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ